ਪ੍ਰਾਕਥਨ। ਮਨਮੁਖ ਦੀ ਦਸ਼ਾ ਤੇ ਉਸ ਦਾ ਉਧਾਰ ਵਰਣਨ ਕਰਦੇ ਹਨ। ਸ੍ਰੀ ਰਾਗ ਮਹੱਲਾ ਤੀਜਾ। ਅੰਮ੍ਰਿਤ ਛੋੜ ਬਿਖਿਆ ਲੋਭਾਣੇ, ਸੇਵਾ ਕਰਹਿ ਵਿਡਾਣੀ। ਜੋ ਅੰਮ੍ਰਿਤ ਛੱਡ ਕੇ ਬਿਖਿਆ ਵਿੱਚ ਲੋਭਾਏਮਨ ਹਨ, ਉਹ ਦੂਜੇ ਦੀ ਸੇਵਾ ਕਰ ਰਹੇ ਹਨ। ਆਪਣਾ ਧਰਮ ਗਵਾਵਹਿ ਬੂਝਹਿ ਨਾਹੀ, ਅਨ ਦਿਨ ਦੁਖ ਵਿਹਾਣੀ। ਉਹ ਆਪਣਾ ਧਰਮ ਗਵਾਉਂਦੇ ਹਨ ਪਰ ਸਮਝਦੇ ਨਹੀਂ ਕਿ ਗਵਾ ਰਹੇ ਹਾਂ। ਉਹਨਾਂ ਦਾ ਹਰ ਦਿਨ ਦੁੱਖ ਵਿੱਚ ਬੀਤਦਾ ਹੈ। ਮਨਮੁਖ ਅੰਧ ਨਾ ਚੇਤਹੀ, ਡੂਬ ਮੋਏ ਬਿਨ ਪਾਣੀ। ਮਨਮੁਖ ਇਸ ਹਿਸਾਬ ਅੰਨੇ ਹਨ, ਚੇਤਦੇ ਨਹੀਂ। ਉਹ ਪਾਣੀ ਤੋਂ ਬਿਨਾਂ ਹੀ ਡੁੱਬ ਮਰ ਰਹੇ ਹਨ। ਮਨ ਰੇ ਸਦਾ ਭਜਹੁ ਹਰਿ ਸਰਨਾਈ। ਹੇ ਮੇਰੇ ਮਨ, ਸਦਾ ਹਰੀ ਦੀ ਸ਼ਰਨ ਵਿੱਚ ਭਜਦਾ ਰਹੋ, ਤਾਂ ਜੋ ਗੁਰ ਕਾ ਸ਼ਬਦ ਅੰਤਰ ਵਸੈ, ਤਾ ਹਰਿ ਵਿਸਰ ਨਾ ਜਾਈ। ਰਹਾਉ। ਗੁਰੂ ਦਾ ਉਪਦੇਸ਼ ਤੇਰੇ ਅੰਦਰ ਵਸਦਾ ਰਹੇ ਅਤੇ ਤੈਨੂੰ ਹਰੀ ਕਦੇ ਭੁੱਲ ਨਾ ਜਾਵੇ। ਰਹਾਉ। ਪ੍ਰਸ਼ਨ। ਕਿਉਂ? ਉੱਤਰ। ਇਹੋ ਸਰੀਰ ਮਾਇਆ ਕਾ ਪੁਤਲਾ, ਵਿੱਚ ਹਉਮੈ ਦੁਸ਼ਟੀ ਪਾਈ। ਇਸ ਲਈ ਕਿ ਇਹ ਸਰੀਰ ਮਾਇਆ ਦਾ ਪੁਤਲਾ ਹੈ ਤੇ ਇਸ ਦੇ ਅੰਦਰ ਵਸਦੇ ਮਨ ਵਿੱਚ ਹਉਮੈ ਰੂਪੀ ਇੱਕ ਦੁਸ਼ਮਣੀ ਪਾਈ ਹੋਈ ਹੈ। ਆਵਣ ਜਾਣਾ ਜੰਮਣ ਮਰਨਾ, ਮਨਮੁਖ ਪਤ ਗਵਾਈ। ਇਹਨਾਂ ਦੋਹਾਂ ਵਿੱਚ ਲੁਭਤ ਰਹਿਣ ਦੇ ਕਾਰਨ ਜੀਵ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ। ਮਨਮੁਖ ਇਸ ਤਰ੍ਹਾਂ ਜੰਮਣ ਮਰਨ ਵਿੱਚ ਆਪਣੀ ਪਤ ਗਵਾ ਲੈਂਦਾ ਹੈ। ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਈ। ਪਰ ਜੇ ਸਤਿਗੁਰੂ ਦੀ ਸੇਵਾ ਕਰੇ ਤਾਂ ਸਦਾ ਦਾ ਸੁਖ ਪ੍ਰਾਪਤ ਕਰ ਲੈਂਦਾ ਹੈ ਤੇ ਅੰਤ ਜੋਤੀ ਸਰੂਪ ਵਾਹਿਗੁਰੂ ਵਿੱਚ ਆਪਣੀ ਜੋਤ ਨੂੰ ਮਿਲਾ ਲੈਂਦਾ ਹੈ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਫਿਰ ਦੇਖੋ, ਸਤਿਗੁਰੂ ਦੀ ਸੇਵਾ ਕੋਈ ਔਖੀ ਕਾਲ ਨਹੀਂ, ਉਹ ਤਾਂ ਅਤ ਸੌਖੀ ਹੈ। ਜੋ ਕੋਈ ਇਸ ਤੋਂ ਚਾਹੇ ਉਹੀ ਫਲ ਪ੍ਰਾਪਤ ਕਰ ਲੈਂਦਾ ਹੈ। ਜਤ ਸਤ ਤਪ ਪਵਿੱਤ ਸਰੀਰਾ, ਹਰ ਹਰ ਮਨ ਵਸਾਏ। ਜਿਹਾ ਕੋ ਜਤ ਸਤ ਤਪ ਪਵਿੱਤਰਤਾ ਵਾਲਾ ਸਰੀਰ ਅਤੇ ਅੰਤ ਹਰੀ ਮਨ ਵਿੱਚ ਵਸਾ ਲੈਂਦਾ ਹੈ, ਸਦਾ ਆਨੰਦ ਰਹਿ ਦਿਨ ਰਾਤੀ, ਮਿਲ ਪ੍ਰੀਤਮ ਸੁਖ ਪਾਏ। ਫਿਰ ਦਿਨੇ ਰਾਤ ਗੱਲ ਕੀ ਸਦਾ ਹੀ ਆਨੰਦ ਰਹਿੰਦਾ ਹੈ ਤੇ ਪ੍ਰੀਤਮ ਵਾਹਿਗੁਰੂ ਨੂੰ ਮਿਲ ਕੇ ਸੁਖ ਪ੍ਰਾਪਤ ਕਰਦਾ ਹੈ। ਭਾਵ ਪ੍ਰਮਾਤਮਾ ਦੇ ਮੇਲ ਦਾ ਸੁਖ। ਜੋ ਸਤਿਗੁਰ ਕੀ ਸਰਨਾਗਤੀ, ਹਉ ਤਿਨ ਕੈ ਬਲ ਜਾਉ। ਇਸ ਲਈ ਸਤਿਗੁਰੂ ਦੀ ਸ਼ਰਨ ਵਿੱਚ ਜੋ ਆਏ ਹਨ, ਮੈਂ ਉਹਨਾਂ ਦੇ ਸਦਕੇ ਹਾਂ। ਦਰ ਸੱਚੈ ਸੱਚੀ ਵਡਿਆਈ, ਸਹਿਜੇ ਸੱਚ ਸਮਾਉ। ਕਿਉਂਕਿ ਇਸ ਨਾਲ ਸੱਚੇ ਦਰਬਾਰ ਵਿੱਚ ਸੱਚੀ ਵਡਿਆਈ ਮਿਲੇਗੀ ਤੇ ਮੈਨੂੰ ਸਹਿਜ ਦੁਆਰਾ ਹੀ ਸੱਚ ਸਮਾਉ ਪ੍ਰਾਪਤ ਹੋਵੇਗਾ। ਨਾਨਕ ਨਦਰੀ ਪਾਈਐ, ਗੁਰਮੁਖ ਮੇਲ ਮਿਲਾਉ। ਹੇ ਨਾਨਕ, ਇਹ ਦਾਤ ਉਸ ਦੀ ਮਿਹਰ ਦ੍ਰਿਸ਼ਟੀ ਨਾਲ ਪਾਈ ਦੀ ਹੈ। ਹਾਂ, ਇਹ ਮੇਲ ਗੁਰਮੁਖ ਮਿਲਾਉਂਦਾ ਹੈ। ਵਿਆਖਿਆ। ਨਾਮ ਅੰਮ੍ਰਿਤ ਛੱਡ ਕੇ ਜੋ ਵਿਸ਼ੇ ਰਸਾਂ ਵਿੱਚ ਲੱਗੇ ਹੋਏ ਹਨ, ਉਹ ਨਹੀਂ ਜਾਣਦੇ ਕਿ ਇਹ ਵਿਸ਼ੇ ਰਸ ਵਿਉਹ ਤੁਲ ਹਨ। ਉਹ ਆਪਣੇ ਨਿਜ ਆਤਮਾ ਦੀ ਸੇਵਾ ਨਹੀਂ ਕਰਦੇ ਜੋ ਨਾਮ ਨਾਲ ਪ੍ਰਾਪਤ ਹੁੰਦੀ ਹੈ। ਉਹ ਵਿਸ਼ੇ ਰਸਾਂ ਦੀ ਚਾਕਰੀ ਕਰਦੇ ਹਨ ਜੋ ਓਪਰੀ ਸੇਵਾ ਹੈ, ਕਿਉਂਕਿ ਵਿਸ਼ੇ ਰਸ ਆਪਣਾ ਆਪ ਨਹੀਂ ਹਨ। ਉਹ ਆਪੇ ਦੇ ਮਨ ਨਾਲ ਮਿਲਣੇ ਕਰਕੇ ਤੇ ਦ੍ਰਿਸ਼ਟ ਮਾਨ ਵਿੱਚ ਲੁਭਤ ਹੋਣ ਤੋਂ ਉਪਜਦੇ ਹਨ। ਆਪਣਾ ਧਰਮ ਤਾਂ ਹੈ ਆਤਮ ਰਸ ਪ੍ਰਾਪਤੀ ਦਾ ਸਾਧਨ। ਉਹ ਗਵਾ ਲੈਂਦੇ ਹਨ ਤੇ ਸੰਸਾਰਕ ਫਸੌਤੀਆਂ ਦੇ ਦੁੱਖਾਂ ਵਿੱਚ ਸਮਾਂ ਗਵਾਉਂਦੇ ਹਨ।
ਐਸੇ ਮਨਮੁਖ ਦੇ ਲੱਛਣ ਹਨ। ਉਹ ਅਸਲੀਅਤ ਨੂੰ ਨਹੀਂ ਚੇਤਦੇ। ਗਫਲਤ ਵਿੱਚ ਉਹ ਮ੍ਰਿਗ ਤ੍ਰਿਸ਼ਨਾ ਦੇ ਮ੍ਰਿਗ ਵਾਂਗੂ ਭਟਕਦੇ ਹਨ ਤੇ ਭਟਕ ਭਟਕ ਕੇ ਬਿਨਾਂ ਪਾਣੀਓਂ ਡੁੱਬ ਮਰਦੇ ਹਨ। ਜਿਵੇਂ ਮਿਰਗ ਮਰਦਾ ਹੈ, ਪਾਣੀ ਤਾਂ ਮਿਲਦਾ ਨਹੀਂ ਪਰ ਭੱਜ ਭੱਜ ਮਰ ਜਾਂਦਾ ਹੈ। ਇਉਂ ਵੀ ਦਾਨੇ ਕਹਿੰਦੇ ਹਨ ਕਿ 10 ਮੂਰਖ ਦਰਿਆਓਂ ਪਾਰ ਉਤਰਨ ਲੱਗੇ। ਇੱਕ ਨੇ ਕਿਹਾ, ਪਹਿਲੇ ਗਿਣ ਲਓ ਕਿੰਨੇ ਹਾਂ, ਜੋ ਪਾਰ ਹੋ ਕੇ ਘਟੇ ਵਧੇ ਦਾ ਪਤਾ ਲੱਗ ਜਾਏ। ਘਰੋਂ ਤਾਂ ਘਰਦਿਆਂ ਨੇ 10 ਗਿਣ ਕੇ ਤੋਰੇ ਸਨ, ਹੁਣ ਇੱਕ ਨੇ 9 ਤਾਂ ਗਿਣੇ ਪਰ ਆਪਣਾ ਆਪ ਨਾ ਗਿਣਿਆ। ਬਸ ਰੋਣ ਬਹਿ ਗਏ ਕਿ ਇੱਕ ਸਾਡੇ ਵਿੱਚੋਂ ਡੁੱਬ ਗਿਆ ਹੈ। ਹੁਣ ਨਾ ਤਾਂ ਸੋਚ ਕਰਨ ਕਿ ਆਪਣਾ ਆਪ ਵੀ ਗਿਣਨੇ ਵਾਲਾ ਗਿਣੇ, ਨਾ ਸੋਚਣ ਕਿ ਪਾਣੀ ਵਿੱਚ ਤਾਂ ਵੜੇ ਨਹੀਂ, ਬਿਨ ਪਾਣੀਓਂ ਕਿਵੇਂ ਇੱਕ ਡੁੱਬ ਗਿਆ। ਇਸ ਲਈ ਉਪਦੇਸ਼ ਦਿੰਦੇ ਹਨ ਕਿ ਗੁਰੂ ਕੀ ਸ਼ਰਨ ਪੈ ਕੇ ਉਪਦੇਸ਼ ਲੈ, ਜੋ ਮਾਇਕ ਭੁਲੇਵੇ ਨਾ ਪੈਣ। ਭੁਲੇਵੇਂ ਕਿਉਂ ਪੈਂਦੇ ਹਨ? ਇਸ ਲਈ ਕਿ ਸਰੀਰ ਮਾਇਆ ਦਾ ਹੈ। ਇਸ ਦਾ ਸੁਭਾਵ ਹੈ ਮੋਹ ਮਾਇਆ ਵਿੱਚ ਲੋਭਿਤ ਹੋਣਾ, ਅਤੇ ਜੀਵ ਦੇ ਅੰਤਰ ਮਨ ਵਿੱਚ ਹਉਮੈ ਹੈ। ਹਉਮੈ ਦੁਸ਼ਟਣੀ ਹੈ, ਉਹ ਖੁਦ ਗਰਜੀ ਦੇ ਕਰਮ ਤੇ ਪਾਪ ਮੈਂ ਖੁਦ ਗਰਜੀ ਦੇ ਕਰਮ ਕਰਵਾਉਂਦੀ ਹੈ। ਇਹਨਾਂ ਕਰਮਾਂ ਦਾ ਫਲ ਹੁੰਦਾ ਹੈ ਆਵਾਗਮਨ, ਬਾਰ-ਬਾਰ ਕਾਲ ਚੱਕਰ। ਇਸ ਨਾਲ ਪਰਲੋਕ ਦੀ ਪਤ ਨਾਸ਼ ਹੋ ਜਾਂਦੀ ਹੈ। ਅੰਕ 3 ਵਿੱਚ ਉਪਦੇਸ਼ ਦਿੰਦੇ ਹਨ ਕਿ ਸਤਿਗੁਰੂ ਦੀ ਸੇਵਾ ਕਰ, ਨਾਮ ਮਿਲੇ, ਸੱਚ ਮਿਲੇ, ਜਾਤ ਸਤ ਤਪ ਪਵਿੱਤਰਤਾ ਸਰੀਰ ਦੀ ਮਿਲੇ, ਹਰੀ ਦੀ ਹਜ਼ੂਰੀ ਸਦਾ ਆਨੰਦ ਮਿਲੇ। ਸਤਿਗੁਰੂ ਦੀ ਸੇਵਾ ਸੁਖੱਲੀ ਦੱਸਦੇ ਹਨ, ਕਿਉਂਕਿ ਸੱਚ ਤੇ ਸਰਲਤਾ ਨਾਲ ਹੁੰਦੀ ਹੈ। ਸੱਚ ਤੇ ਸਰਲਤਾ ਦੀ ਸੇਵਾ ਕਠਿਨ ਨਹੀਂ ਰਹਿੰਦੀ, ਸੋ ਸੇਵਾ ਕਰੋ ਗੁਰੂ ਦੀ ਤੇ ਨਾਮ ਵਿੱਚ ਲੱਗੇ ਰਹੋ। ਸ਼ਬਦ ਦੇ ਅੰਕ 1 ਤੇ ਸਤਰ ਦੂਸਰੀ ਵਿੱਚ ਪਦ ਧਰਮ ਪਿਆ ਹੈ। ਇਸ ਕਰਕੇ ਕਈ ਦਾਨੇ ਇਉਂ ਭਾਵ ਕੱਢਦੇ ਹਨ ਕਿ ਮਨਮੁਖ ਲੋਕ ਵਾਹਿਗੁਰੂ ਦੀ ਸੇਵਾ, ਜੋ ਜੀਵ ਦਾ ਨਿਜ ਧਰਮ ਹੈ, ਤਿਆਗ ਕੇ ਇਤਰ ਦੇਵੀ ਦੇਵਤੇ, ਸ਼ਿਲਾ, ਬੁੱਤਾਂ, ਮੂਰਤੀਆਂ ਦੀ ਪੂਜਾ ਕਰਦੇ ਹਨ। ਉਹ ਵਿਡਾਣੀ ਭਾਵ ਓਪਰੀ ਸੇਵਾ ਕਰਦੇ ਹਨ। ਉਹ ਅਗਿਆਨੀ ਹਨ, ਉਹਨਾਂ ਦੀ ਸੇਵਾ ਮਿਰਗ ਤ੍ਰਿਸ਼ਨਾ ਹੈ। ਉਹ ਸਾਰਥਕਤਾ ਨੂੰ ਨਹੀਂ ਅਪੜਦੇ, ਅਫਲ ਮਰ ਜਾਂਦੇ ਹਨ। ਬਾਕੀ ਤੁਕਾਂ ਫੇਰ ਇਸੇ ਮਨਮੁਖ ਤੇ, ਜੋ ਹਰੀ ਪੂਜਾ ਨਹੀਂ ਕਰ ਰਿਹਾ ਹੈ, ਸੁਖੈਨ ਘਟ ਜਾਂਦੀਆਂ ਹਨ। ਨਿਰੋਕਤ ਵਿਖਿਆ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਵਿਖ ਜ਼ਹਿਰ, ਭਾਵ ਹੈ ਵਿਸ਼ੇ ਰੂਪੀ ਜ਼ਹਿਰ। ਅੰਮ੍ਰਿਤ ਤੋਂ ਭਾਵ ਹੈ ਨਾਮ ਅੰਮ੍ਰਿਤ, ਨਾਮ ਰਸ। ਦੁਸ਼ਟੀ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਦੁਖਟ। ਦੁਸ਼ਟ ਦਾ ਪੰਜਾਬੀ ਇਸਤਰੀ ਲਿੰਗ ਹੈ ਦੁਸ਼ਟਣੀ। ਦੁਸ਼ਟਣੀ ਦਾ ਸੰਖੇਪ ਹੈ ਦੁਸ਼ਟੀ। ਕਈ ਸੱਜਣ ਦੁਸ਼ਟਤਾ ਵੀ ਅਰਥ ਕਰ ਲੈਂਦੇ ਹਨ। ਪ੍ਰਾਕਥਨ ਮਨਮੁਖ ਦੇ ਕਰਮ ਪਰਮੇਸ਼ਰ ਨੂੰ ਸਮਰਪਣ ਨਹੀਂ ਹੁੰਦੇ, ਇਸ ਕਰਕੇ ਕਰਮਾਂ ਦੀ ਹਾਂਡ ਹੀ ਪੱਲੇ ਪੈਂਦੀ ਹੈ। ਗੁਰਮੁਖ ਦੇ ਕਰਮ ਤੇ ਨਾਮ ਸਭ ਕੁਝ ਪਰਮੇਸ਼ਰ ਅਰਪਣ ਹੁੰਦਾ ਹੈ, ਸੋ ਕਬੂਲ ਪੈਂਦਾ ਹੈ। ਸ੍ਰੀ ਰਾਗ ਮਹੱਲਾ ਤੀਜਾ। ਮਨਮੁਖ ਕਰਮ ਕਮਾਵਣੇ, ਜੋ ਦੁਹਾਗਨ ਤਨ ਸੀਗਾਰ। ਜਿਸ ਤਰ੍ਹਾਂ ਛੁੱਟੜ ਇਸਤਰੀ ਸਰੀਰ ਨੂੰ ਹਾਰ ਸ਼ਿੰਗਾਰ ਕਰਦੀ ਹੈ, ਇਸ ਤਰ੍ਹਾਂ ਮਨਮੁਖ ਪੁਰਖ ਕਰਮ ਕਮਾਉਂਦਾ ਹੈ। ਸੇਜੈ ਕੰਤ ਨ ਆਵਈ, ਨਿਤ ਨਿਤ ਹੋਏ ਖੁਆਰ। ਕਿਉਂਕਿ ਮਨਮੁਖ ਦੀ ਅੰਤఃਕਰਨ ਰੂਪੀ ਸੇਜਾ ਉੱਤੇ ਪਰਮੇਸ਼ਰ ਰੂਪੀ ਪਤੀ ਕਦੀ ਨਹੀਂ ਆਉਂਦਾ, ਇਸ ਲਈ ਉਹ ਸਦਾ ਸਦਾ ਕਰਮਾਂ ਵਿੱਚ ਖੁਆਰ ਹੁੰਦਾ ਰਹਿੰਦਾ ਹੈ। ਪਿਰ ਕਾ ਮਹਿਲ ਨਾ ਪਾਵਈ, ਨਾ ਦੀਸੈ ਘਰ ਬਾਰ। ਇਸ ਲਈ ਉਹ ਸਦਾ ਸਦਾ ਕਰਮਾਂ ਵਿੱਚ ਖੁਆਰ ਹੁੰਦਾ ਰਹਿੰਦਾ ਹੈ। ਉਸ ਨੂੰ ਨਾ ਤਾਂ ਸਤ ਸੰਗ ਰੂਪੀ ਘਰ ਬਾਰ ਦਿਸਦਾ ਹੈ, ਨਾ ਪਰਮੇਸ਼ਰ ਰੂਪੀ ਪਤੀ ਦਾ ਸਰੂਪ ਪ੍ਰਾਪਤ ਹੁੰਦਾ ਹੈ। ਭਾਈ ਰੇ ਇਕ ਮਨ ਨਾਮ ਧਿਆਏ। ਹੇ ਭਾਈ, ਜੇ ਕਰਮਾਂ ਦੀ ਹਾਂਡ ਭਾਵ ਖੁਆਰੀ ਤੋਂ ਬਚ ਕੇ ਪਰਮੇਸ਼ਰ ਦਾ ਸਰੂਪ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਦਿਲ ਇਕਾਗਰ ਕਰਕੇ ਪਰਮੇਸ਼ਰ ਦਾ ਨਾਮ ਧਿਆਓ। ਸੰਤਾਂ ਸੰਗਤ ਮਿਲ ਰਹੈ, ਜਪ ਰਾਮ ਨਾਮ ਸੁਖ ਪਾਏ। ਰਹਾਉ
ਸੰਤਾਂ ਦੀ ਸੰਗਤ ਨਾਲ ਮਿਲਿਆ ਰਹੋ, ਜਿਨ੍ਹਾਂ ਦੇ ਮੇਲ ਨਾਲ RAM ਨਾਮ ਜਪ ਕੇ ਤੂੰ ਸੁਖ ਪਾਵੇਂ। ਰਹਾਉ। ਗੁਰਮੁਖ ਸਦਾ ਸੁਹਾਗਣੀ, ਫਿਰ ਰਾਖਿਆ ਉਰ ਧਾਰ। ਹੁਣ ਗੁਰਮੁਖ ਦਾ ਪ੍ਰਕਾਰ ਤੁਰਿਆ। ਜਿਸ ਤਰ੍ਹਾਂ ਸੁਹਾਗਣ ਇਸਤਰੀਆਂ ਆਪਣੇ ਪਤੀ ਨੂੰ ਹਿਰਦੇ ਵਿੱਚ ਧਾਰਨ ਕਰੀ ਰੱਖਦੀਆਂ ਹਨ, ਉਸ ਤਰ੍ਹਾਂ ਗੁਰਮੁਖ ਹਿਰਦੇ ਵਿੱਚ ਸਤ ਸਰੂਪ ਨੂੰ ਧਾਰਨ ਕਰੀ ਰੱਖਦੇ ਹਨ। ਮਿੱਠਾ ਬੋਲ ਹੈ ਨਿਵ ਚੱਲ ਹੈ, ਸੇਜੈ ਰਵੈ ਪਤਾਰ। ਉਹ ਮਿੱਠਾ ਬੋਲਦੇ ਹਨ, ਨਿਉ ਚੱਲਦੇ ਹਨ। ਉਹਨਾਂ ਦੇ ਅੰਤঃਕਰਨ ਰੂਪੀ ਸੇਜਾ ਉੱਤੇ ਪਰਮੇਸ਼ਰ ਰੂਪੀ ਪਤੀ ਆਨੰਦ ਮਾਣਦਾ ਹੈ। ਸੋਭਾਵੰਤੀ ਸੁਹਾਗਣੀ, ਜਿਨ ਗੁਰ ਕਾ ਹੇਤ ਅਪਾਰ। ਹਾਂ, ਜਿਨ੍ਹਾਂ ਗੁਰਮੁਖਾਂ ਨੂੰ ਗੁਰੂ ਦਾ ਅਪਾਰ ਹਿਤ ਪ੍ਰਾਪਤ ਹੈ, ਉਹ ਸੁਹਾਗਣਾ ਵਾਂਗੂ ਸ਼ੋਭਾਵਾਨ ਹਨ। ਪੂਰੈ ਭਾਗ ਸਤਿਗੁਰ ਮਿਲੈ, ਜਾ ਭਾਗੈ ਕਾ ਉਦਉ ਹੋਇ। ਸਤਿਗੁਰੂ ਕਦੋਂ ਮਿਲੇ? ਸਤਿਗੁਰੂ ਪੂਰੇ ਭਾਗਾਂ ਕਰਕੇ ਮਿਲਦਾ ਹੈ। ਹਾਂ, ਉਦੋਂ ਮਿਲਦਾ ਹੈ ਜਦੋਂ ਭਾਗਾਂ ਰੂਪੀ ਸੂਰਜ ਦਾ ਉਦੈ ਹੁੰਦਾ ਹੈ। ਅੰਤਰੋ ਦੁਖ ਭ੍ਰਮ ਕੱਟੀਐ, ਸੁਖ ਪ੍ਰਾਪਤ ਹੋਏ। ਤਦੋਂ ਜੀਵ ਦੇ ਅੰਦਰੋਂ ਭ੍ਰਮ ਤੇ ਦੁੱਖ ਕੱਟਿਆ ਜਾਂਦਾ ਹੈ ਤੇ ਆਤਮ ਸੁਖ ਪ੍ਰਾਪਤ ਹੋ ਜਾਂਦਾ ਹੈ। ਗੁਰ ਕੈ ਭਾਣੈ ਜੋ ਚੱਲੈ, ਦੁਖ ਨ ਪਾਵੈ ਕੋਈ। ਹਾਂ ਭਾਈ, ਪੱਕ ਜਾਣੋ ਕਿ ਜੋ ਕੋਈ ਗੁਰੂ ਦੇ ਭਾਣੇ ਵਿੱਚ ਚੱਲੇਗਾ, ਉਹ ਦੁੱਖ ਨਹੀਂ ਪਾਵੇਗਾ। ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਈ। ਗੁਰੂ ਦੇ ਭਾਣੇ ਵਿੱਚ ਤੁਰਨ ਨਾਲ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਇਹ ਅੰਮ੍ਰਿਤ ਸਹਿਜ ਨਾਲ ਭਾਵ ਨਿਰਯਤਨ ਹੀ ਪਰ ਕਿਸੇ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਨ੍ਹਾਂ ਪ੍ਰਾਪਤ ਤਿਨ ਪੀਆ, ਹਉਮੈ ਵਿੱਚ ਹੋ ਖੋਏ। ਹਾਂ, ਜਿਨ੍ਹਾਂ ਦੇ ਭਾਗਾਂ ਵਿੱਚ ਪ੍ਰਾਪਤ ਹੁੰਦਾ ਹੈ, ਉਹੀ ਇਸ ਨੂੰ ਪੀਂਦੇ ਹਨ। ਹਾਂ, ਉਹ ਜੋ ਹਉਮੈ ਮਨ ਵਿੱਚੋਂ ਗਵਾ ਲੈਂਦੇ ਹਨ। ਨਾਨਕ ਗੁਰਮੁਖ ਨਾਮ ਧਿਆਈਐ, ਸੱਚ ਮਿਲਾਵਾ ਹੋਇ। ਤਾਂ ਤੇ ਹੈ ਨਾਨਕ, ਗੁਰੂ ਦੁਆਰੇ ਨਾਮ ਧਿਆਈਏ, ਜੋ ਸੱਚ ਸਤ ਸਰੂਪ ਨਾਲ ਮਿਲਾਪ ਹੋ ਜਾਵੇ। ਵਿਆਖਿਆ। ਇਸ ਸ਼ਬਦ ਵਿੱਚ ਉਹ ਮਨਮੁਖ ਲਿਆ ਹੈ ਜੋ ਸ਼ੁਭ ਕਰਮ ਵੀ ਕਰਦਾ ਹੈ, ਪਰ ਉਸ ਨੂੰ ਪਰਮ ਗਤੀ ਨਹੀਂ ਮਿਲਦੀ। ਮਨਮੁਖ ਨੂੰ ਛੁੱਟੜ ਇਸਤਰੀ ਦਾ ਤੇ ਗੁਰਮੁਖ ਨੂੰ ਸੁਹਾਗਣ ਦਾ ਦ੍ਰਿਸ਼ਟਾਂਤ ਦਿੱਤਾ ਹੈ। ਮਨਮੁਖ ਦੇ ਕੀਤੇ ਕਰਮ ਵੀ ਬ੍ਰਿਥਾ ਜਾਂਦੇ ਦੱਸੇ ਹਨ, ਕਿਉਂਕਿ ਉਹ ਆਪ ਪਰਮੇਸ਼ਰ ਪ੍ਰਾਇਣ ਨਹੀਂ। ਉਸ ਦੇ ਕਰਮ ਵੀ ਪਰਮੇਸ਼ਰ ਪ੍ਰਾਇਣ ਨਹੀਂ ਹੁੰਦੇ, ਉਹ ਕਬੂਲ ਨਹੀਂ ਪੈਂਦੇ। ਗੁਰਮੁਖ ਦੇ ਹਿਰਦੇ ਪ੍ਰੇਮ ਹੈ, ਉਸ ਦਾ ਸਭ ਕੁਛ ਭਜਨ ਬੰਦਗੀ ਸ਼ੁਭ ਕਰਮ ਪੁੰਨ ਦਾਨ ਈਸ਼ਵਰ ਪ੍ਰਾਇਣ ਹੁੰਦੇ ਹਨ। ਉਸ ਦਾ ਆਪਾ ਵੀ ਈਸ਼ਵਰ ਸਮਰਪਣ ਹੁੰਦਾ ਹੈ। ਇਸ ਕਰਕੇ ਉਹ ਸੁਹਾਗਣ ਵਤ ਆਪਣੇ ਪਤੀ ਪਰਮੇਸ਼ਰ ਨੂੰ ਪ੍ਰਾਪਤ ਹੁੰਦਾ ਹੈ। ਉਸ ਦਾ ਸਾਰਾ ਕੁਛ ਪਤੀ ਨੂੰ ਅਰਪਣ ਹੋ ਜਾਂਦਾ ਹੈ ਤੇ ਇਹੀ ਸਭ ਤੋਂ ਉੱਤਮ ਸਦਗਤੀ ਹੈ। ਰਹਾਉ ਤੋਂ ਅੰਤ ਤੀਕ ਗੁਰਮੁਖ ਦਾ ਪ੍ਰਕਾਰ ਖੋਲ ਕੇ ਵਰਣਨ ਕੀਤਾ ਹੈ। ਨਿਰੁਕਤ। ਦੁਹਾਗਣ ਦਾ ਭਾਵ ਹੈ ਪਤੀ ਤੋਂ ਵਾਂਝੀ ਗਈ, ਦੂਰ ਹੋਈ ਅਣ ਸਨਮਾਨਿਤ ਇਸਤਰੀ, ਜੋ ਪਤੀ ਪਰਾਇਣ ਜੀਵਨ ਬਸਰ ਨਹੀਂ ਕਰ ਰਹੀ, ਹੋਰ ਚਾਹੋ ਗੁਣ ਵੀ ਹੋਣ। ਸੁਹਾਗਣੀ ਦਾ ਭਾਵ ਹੈ ਸੁਹਾਗਣਾ। ਅਗਲੇ ਸ਼ਬਦ ਦੀ ਦੂਸਰੀ ਤੁਕ ਤੋਂ ਨਿਸ਼ਚੇ ਹੋ ਜਾਂਦਾ ਹੈ ਕਿ ਪਦ ਸੁਹਾਗਣੀ ਬਹੁਵਚਨ ਹੈ। ਪਤਾਰ ਦਾ ਭਾਵ ਹੈ ਪਤੀ। ਦੁੱਖ ਭ੍ਰਮ ਦਾ ਭਾਵ ਹੈ ਭ੍ਰਮ ਕਾਰਨ ਹੁੰਦਾ ਹੈ, ਦੁੱਖ ਉਸ ਦਾ ਫਲ ਹੁੰਦਾ ਹੈ। ਉਦਉ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਉਦੈ, ਸੂਰਜ ਦਾ ਚੜ੍ਹਨਾ, ਭਾਵ ਭਾਗਾਂ ਦਾ ਜਾਗਣਾ, ਸ਼ੁਭ ਭਾਗਾਂ ਦਾ ਫਲ ਦੇਣ ਲੱਗ ਪੈਣਾ। ਪ੍ਰਾਕਥਨ। ਇਹੋ ਸਿਲਸਿਲਾ ਜਾਰੀ ਹੈ। ਗੁਰਮੁਖਾਂ ਦੇ ਕਰਮਾਂ ਦੇ ਮਗਰ ਚੱਲਣ ਦਾ ਉਪਦੇਸ਼ ਹੈ, ਪਰ ਉਹਨਾਂ ਦੀ ਕਰਨੀ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਸ੍ਰੀ ਰਾਗ ਮਹੱਲਾ ਤੀਜਾ।
ਜਾ ਪਿਰ ਜਾਣੈ ਆਪਣਾ, ਤਨ ਮਨ ਅੱਗੇ ਧਰੇ। ਅਨਿੰਨ ਭਗਤੀ। ਜਦੋਂ ਗੁਰਸਿੱਖ ਜਾਣ ਲਵੇ ਕਿ ਪਰਮੇਸ਼ਰ ਮੇਰਾ ਆਪਣਾ ਪਤੀ ਵਾਂਗੂ ਮਾਲਕ ਹੈ, ਤਾਂ ਆਪਣਾ ਤਨ ਤੇ ਮਨ ਉਸ ਦੇ ਅੱਗੇ ਭੇਟਾ ਵਾਂਗੂ ਧਰ ਦੇਵੇ। ਸੁਹਾਗਣੀ ਕਰਮ ਕਮਾਵਦੀਆ, ਸੇਈ ਕਰਮ ਕਰੇ। ਫਿਰ ਕਰਮ ਉਹੀ ਕਰੇ ਜੋ ਸੁਹਾਗਣਾ ਤੁਲ ਗੁਰਮੁਖ ਕਰਦੇ ਹਨ। ਐਸਾ ਕਰਨੇ ਨਾਲ ਸਹਿਜੇ ਸਾਚ ਮਿਲਾਵੜਾ, ਸਾਚ ਵਡਾਈ ਦੇ। ਸਹਿਜੇ ਹੀ ਸਤ ਸਰੂਪ ਨਾਲ ਮਿਲਾਪ ਹੋ ਜਾਏਗਾ ਅਤੇ ਉਹ ਦਾਤਾ ਅੱਗੋਂ ਸੱਚ ਰੂਪੀ ਵਡਿਆਈ ਬਖਸ਼ੇਗਾ ਅਥਵਾ ਸੱਚੀ ਵਡਿਆਈ ਦੇਵੇਗਾ। ਭਾਈ ਰੇ ਗੁਰ ਬਿਨ ਭਗਤ ਨ ਹੋਇ। ਹੇ ਭਾਈ, ਇਹ ਸੁਹਾਗਣਾ ਵਰਗੀ ਭਗਤੀ ਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ। ਬਿਨ ਗੁਰ ਭਗਤ ਨ ਪਾਈਐ, ਜੇ ਲੋਚੈ ਸਭ ਕੋਇ। ਰਹਾਉ। ਹਾਂ, ਬਿਨਾਂ ਗੁਰੂ ਦੀ ਭਗਤੀ ਦੇ ਪਰਮੇਸ਼ਰ ਨਹੀਂ ਪਾ ਸਕੀਦਾ, ਭਾਵੇਂ ਸਭ ਕੋਈ ਪਿਆ ਇੱਛਾ ਕਰੇ। ਰਹਾਉ। 184 ਫੇਰ ਪਿਆ, ਕਾਮਣ ਦੂਜੈ ਭਾਇ। ਗੁਰੂਹੀਣ ਜਗਿਆਸੂ ਰੂਪ ਇਸਤਰੀ ਜੋ ਮਾਇਆ ਦੇ ਪ੍ਰੇਮ ਵਿੱਚ ਫਸੀ ਹੈ, ਉਸ ਨੂੰ 84 ਲੱਖ ਜੂਣ ਦਾ ਕੁਫੇਰ ਪੈਂਦਾ ਹੈ। ਬਿਨ ਗੁਰ ਨੀਂਦ ਨ ਆਵਈ, ਦੁਖੀ ਰਹਿਣ ਵਿਹਾਇ। ਗੁਰੂ ਬਿਨਾ ਉਸ ਦੀ ਉਮਰਾ ਰੂਪੀ ਰਾਤ ਦੁੱਖਾਂ ਵਿੱਚ ਬੀਤਦੀ ਹੈ ਤੇ ਸੱਤ ਵਿੱਚ ਟਿਕਾਊ ਰੂਪ ਨੀਂਦ ਨਹੀਂ ਪੈਂਦੀ। ਬਿਨ ਸ਼ਬਦੈ ਪਿਰ ਨਾ ਪਾਈਐ, ਬਿਰਥਾ ਜਨਮ ਗਵਾਏ। ਨਾ ਹੀ ਗੁਰੂ ਦੇ ਉਪਦੇਸ਼ ਬਿਨਾ ਪਤੀ ਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਸਗੋਂ ਮਨੁੱਖਾ ਜਨਮ ਹੀ ਬਿਰਥਾ ਚਲਾ ਜਾਂਦਾ ਹੈ। ਹੁਣ ਗਾਫਲ ਸ੍ਰਿਸ਼ਟੀ ਦਾ ਹਾਲ ਦੱਸਦੇ ਹਨ। ਹਉ ਹਉ ਕਰਤੀ ਜਗ ਫਿਰੀ, ਨਾ ਧਨ ਸੰਪੈ ਨਾਲ। ਸ੍ਰਿਸ਼ਟੀ ਮੈਂ ਕਰਦੀ ਮਾਇਆ ਜਮ੍ਹਾਂ ਕਰਦੀ ਫਿਰ ਰਹੀ ਹੈ, ਪਰ ਧਨ ਦੌਲਤ ਕਿਸੇ ਦੇ ਨਾਲ ਨਹੀਂ ਜਾਂਦੀ। ਅੰਧੀ ਨਾਮ ਨ ਚੇਤਈ, ਸਭ ਬਾਧੀ ਜਮ ਕਾਲ। ਇਹ ਮਾਇਆ ਮਸਤ ਅੰਨੀ ਹੋਈ ਨਾਮ ਨਹੀਂ ਚੇਤਦੀ, ਇਸ ਕਰਕੇ ਸਾਰੀ ਜਮਕਾਲ ਨੇ ਬੱਧੀ ਹੋਈ ਹੈ। ਦੋਹਾਂ ਦੀ ਕਲਿਆਣ ਦਾ ਉਪਾਅ ਫਰਮਾਉਂਦੇ ਹਨ। ਸਤਿਗੁਰ ਮਿਲਿਐ ਧਨ ਪਾਇਆ, ਹਰ ਨਾਮਾ ਹਿਰਦੈ ਸਮਾਲ। ਪਰ ਜੋ ਸਤਿਗੁਰੂ ਨੂੰ ਮਿਲ ਪਏ, ਉਹਨਾਂ ਨੇ ਮਿਲ ਕੇ ਉਸ ਤੋਂ ਸੱਚਾ ਧਨ ਪ੍ਰਾਪਤ ਕੀਤਾ। ਉਹ ਕੀ ਸੀ? ਉੱਤਰ ਹਰੀ ਦਾ ਨਾਮ ਤੇ ਉਸ ਦੀ ਹਿਰਦੇ ਵਿੱਚ ਸੰਭਾਲ ਭਾਵ ਯਾਦ ਰੱਖਣੀ। ਨਾਮ ਰਤੇ ਸੇ ਨਿਰਮਲੇ, ਗੁਰ ਕੈ ਸਹਿਜ ਸੁਭਾਏ। ਇਉਂ ਜੋ ਨਾਮ ਵਿੱਚ ਰੰਗੇ ਗਏ, ਉਹ ਗੁਰੂ ਦੇ ਸਹਿਜ ਗਿਆਨ ਦੁਆਰਾ ਸੁਭਾਵਕ ਹੀ ਨਿਰਮਲ ਹੋ ਗਏ, ਭਾਵ ਹਉ ਰਹਿਤ ਹੋ ਕੇ ਸ਼ੁੱਧ ਹੋ ਗਏ। ਮਨ ਤਨ ਰਾਤਾ ਰੰਗ ਸਿਓ, ਰਸਨਾ ਰਸਨ ਰਸਾਏ। ਉਹਨਾਂ ਦੀ ਰਸਨਾ ਨਾਮ ਦੇ ਰਸ ਨਾਲ ਰਸੀਆ ਹੋ ਗਈ। ਫਿਰ ਸਾਰਾ ਤਨ ਤੇ ਮਨ ਪ੍ਰੇਮ ਨਾਲ ਰੰਗਿਆ ਗਿਆ। ਨਾਨਕ ਰੰਗ ਨ ਉਤਰੈ, ਜੋ ਹਰ ਧੁਰ ਛੋਡਿਆ ਲਾਇ। ਹੇ ਨਾਨਕ, ਉਹ ਰੰਗ ਕਦੇ ਉਤਰਦਾ ਹੀ ਨਹੀਂ ਜੋ ਹਰੀ ਨੇ ਧੁਰੋਂ ਆਪ ਲਾ ਛੋੜਿਆ ਹੋਵੇ। ਵਿਆਖਿਆ। ਇਸ ਸ਼ਬਦ ਵਿੱਚ ਤ੍ਰੈ ਵਿਸ਼ੇ ਲਏ ਹਨ। ਪਹਿਲਾਂ ਦੱਸਿਆ ਹੈ ਕਿ ਜੇ ਕੋਈ ਜਾਣ ਲਵੇ ਅਰਥਾਤ ਹਿਰਦੇ ਵਿੱਚ ਪ੍ਰਤੀਤ ਕਰ ਲਵੇ ਕਿ ਮੇਰੇ ਸਿਰ ਤੇ ਵਾਹਿਗੁਰੂ ਹੈ, ਤਾਂ ਉਸ ਦੀ ਭਗਤੀ ਇਉਂ ਕਰੇ ਜਿਵੇਂ ਕੋਈ ਸੱਚੀ ਸੁਹਾਗਣ ਆਪਣੇ ਪਤੀ ਦੀ ਕਰਦੀ ਹੈ, ਅਰਥਾਤ ਆਪਣਾ ਤਨ ਮਨ ਸਭ ਕੁਛ ਉਸ ਵਿੱਚ ਅਰਪਣ ਸਮਝ ਲਵੇ। ਉਸ ਦੇ ਧਿਆਨ ਵਿੱਚ, ਉਸ ਦੇ ਨਾਮ ਵਿੱਚ, ਉਸ ਦੇ ਪਿਆਰ ਭਾਵ ਵਿੱਚ ਲੱਗਾ ਰਹੇ। ਇਸ ਭਗਤੀ ਦੁਆਰਾ ਵਾਹਿਗੁਰੂ ਜੀ ਨਾਲ ਮਿਲਾਪ ਸੁਖੈਨ ਹੋ ਜਾਂਦਾ ਹੈ। ਇਸ ਵਿੱਚ ਅਨੰਨ ਭਗਤੀ ਦਾ ਸਰੂਪ ਦੱਸਿਆ ਹੈ। ਫਿਰ ਜਗਿਆਸੂ ਲਿਆ, ਪਰ ਜੋ ਗੁਰੂਹੀਨ ਰਹਿ ਕੇ ਭਗਤੀ ਕਰਦਾ ਹੈ,
ਇਸ ਦਾ ਪ੍ਰਕਾਰ ਅੰਕ 2 ਵਿੱਚ ਦੱਸਿਆ ਹੈ। ਅੰਕ 3 ਵਿੱਚ ਗਾਫਲ ਸੰਸਾਰ ਲਿਆ ਜੋ ਮਾਇਆ ਮਦ ਮਾਤਾ ਹੈ, ਕਿਵੇਂ ਵੀ ਜਗਿਆਸੂ ਨਹੀਂ। ਅੰਕ 3 ਦੀ ਅੰਤਲੀ ਤੁਕ ਤੇ ਅੰਕ 4 ਵਿੱਚ ਗੁਰੂਹੀਣ ਜਗਿਆਸੂ ਤੇ ਮਾਇਆ ਪਾਦ ਮੱਤੇ ਗਾਫਲ ਦੋਹਾਂ ਦੀ ਕਲਿਆਣ ਦਾ ਉਪਾਅ ਵਿਦਿਤ ਕੀਤਾ ਹੈ। ਨਿਰੁਕਤ ਸੁਗਮ ਹੈ।